हाँ जी बेटा, चैप्टर नंबर 6 करना आप स्टार्ट अज टैसट एंड मेजरमेंट इन स्पोर्ट्स। सब तो पहला बेटा आप इंट्रोडक्शन करनी है। स्पोर्ट्स एंड फिजिकल एजुकेशन ਦੇ ਵਿੱਚ ਟੈਸਟ ਐਂਡ ਮੇਜਰਮੈਂਟ ਦੀ ਬਹੁਤ ਵੱਡੀ ਨੀਡ ਹੁੰਦੀ ਹੈ। ਇੱਕ ਵਿਅਕਤੀ ਨੂੰ ਸਪੋਰਟਸ ਐਂਡ ਫਿਜ਼ੀਕਲ ਐਕਟੀਵਿਟੀ ਦੇ ਪ੍ਰੋਗਰਾਮ ਲਈ ਸਿਲੈਕਟ ਕੀਤਾ ਜਾਂਦਾ ਹੈ। ਫਿਜ਼ੀਕਲ ਐਜੂਕੇਸ਼ਨ ਟੀਚਰ ਐਂਡ ਕੋਚਿਸ ਦੀ ਡਿਊਟੀ ਹੈ ਕਿ ਉਹ ਸੰਭਾਵਿਤ ਵਿਅਕਤੀ ਨੂੰ ਚੈੱਕ ਕਰਨ ਮੇਜਰਮੈਂਟ ਦੇ ਦੁਆਰਾ। ਇਹ ਵੀ ਬਹੁਤ ਜ਼ਰੂਰੀ ਹੈ ਕਿ ਵਿਅਕਤੀ ਦੁਆਰਾ ਆਬਜੈਕਟ ਸੈੱਟ ਕਰ ਲਏ ਜਾਣ। ਉਹ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਪ੍ਰੋਗਰਾਮ ਨੂੰ ਫੁੱਲਫਿਲ ਕਰਨਾ ਚਾਹੁੰਦੇ ਹਨ। ਆਬਜੈਕਟ ਨੂੰ ਅਚੀਵ ਕਰਨ ਬਾਰੇ ਜਾਣਨਾ ਜ਼ਰੂਰੀ ਹੈ। ਫੋਰ ਐਗਜ਼ਾਮਪਲ, ਜੇ ਅਸੀਂ ਆਪਣੇ ਕਾਰਡੀਓ ਰਿਸਪੀਰੇਟਰੀ ਫਿਟਨੈਸ ਨੂੰ ਇੰਪਰੂਵ ਕਰਨ ਲਈ ਫਿਟਨੈਸ ਪ੍ਰੋਗਰਾਮ ਵਿੱਚ ਪਾਰਟ ਲਿਆ ਤਾਂ ਸਾਨੂੰ ਸਰਟਨ ਪੀਰੀਅਡ ਤੋਂ ਬਾਅਦ ਆਪਣੀ ਕਾਰਡੀਓ ਰਿਸਪੀਰੇਟਰੀ ਫਿਟਨੈਸ ਨੂੰ ਮੇਜਰ ਕਰਨਾ ਚਾਹੀਦਾ ਹੈ। ਜੇ ਅਸੀਂ ਫਿਟਨੈਸ ਪ੍ਰੋਗਰਾਮ ਨੂੰ ਵਿੱਚ ਪਾਰਟ ਲੈਣ ਤੋਂ ਬਾਅਦ ਆਪਣੀ ਫਿਟਨੈਸ ਨੂੰ ਮੇਜਰ ਨਹੀਂ ਕਰਦੇ ਤਾਂ ਅਸੀਂ ਡਾਰਕ ਵਿੱਚ ਰਹਿੰਦੇ ਹਾਂ, ਮਤਲਬ ਕਿ ਹਨੇਰੇ ਵਿੱਚ ਰਹਿੰਦੇ ਹਾਂ। ਸਾਨੂੰ ਪਤਾ ਹੋਣਾ ਚਾਹੀਦਾ ਜੇ ਅਸੀਂ ਕਿਸੇ ਪ੍ਰੋਗਰਾਮ ਦਾ ਪਾਰਟ ਆ ਤਾਂ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸਾਡੀ ਫਿਜ਼ੀਕ ਕਿਵੇਂ ਦੀ ਆ, ਸਾਡਾ ਸਿਸਟਮ ਕਿਵੇਂ ਦਾ, ਅਤੇ ਬਾਅਦ ਦੇ ਵਿੱਚ ਸਾਨੂੰ ਅਸੀਂ ਮੇਜਰ ਕਰਨ ਵਾਲੇ ਬਣੀਏ, ਸਾਨੂੰ ਪਤਾ ਲੱਗੇ ਕੀ ਫਰਕ ਪਿਆ ਵਾ, ਕੀ ਸਾਡੀ ਪ੍ਰੋਗਰੈਸ ਆ। ਇਹਦੇ ਵਿੱਚ ਬੇਟਾ ਅਕੋਰਡਿੰਗ ਟੂ ਲਿਓਨਾਰਡੋ ਦਾ ਵਿੰਚੀ ਇਹਨੇ ਇੱਕ ਡੈਫੀਨੇਸ਼ਨ ਦਿੱਤੀ ਆ, ਜੇ ਤੁਸੀਂ ਸਾਇੰਟੀਫਿਕ ਵੇ ਦੇ ਬਗੈਰ ਪ੍ਰੈਕਟਿਸ ਕਰਦੇ ਹੋ ਤਾਂ ਤੁਸੀਂ ਇੱਕ ਪਾਇਲਟ ਉਸ ਪਾਇਲਟ ਵਾਂਗ ਹੋ ਜੋ ਬਿਨਾਂ ਰਡਾਰ ਦੇ ਪਲੇਨ ਔਰ ਸ਼ਿਪ ਵਿੱਚ ਜਾਂਦੇ ਹਨ, ਤਾਂ ਤੁਸੀਂ ਡੈਸਟੀਨੇਸ਼ਨ 'ਤੇ ਜਾ ਨਹੀਂ ਸਕਦੇ। ਹੁਣ ਇਸ ਤੋਂ ਬਾਅਦ ਆ ਗਿਆ ਬੇਟਾ ਜੀ ਟੈਸਟ। ਟੈਸਟ ਨੂੰ ਇੱਕ ਟੂਲ, ਕੁਐਸਚਨ, ਸੈਟ ਆਫ ਕੁਐਸਚਨ ਔਰ ਇੱਕ ਐਗਜ਼ਾਮੀਨੇਸ਼ਨ ਕਿਹਾ ਜਾ ਸਕਦਾ ਹੈ। ਜੇ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਦੀਆਂ ਕਰੈਕਟਰਿਸਟਿਕ ਨੂੰ ਮੇਜਰ ਕਰਨ ਲਈ ਇਸ ਨੂੰ ਵਰਤਿਆ ਜਾਂਦਾ ਹੈ। ਹੁਣ ਤੁਹਾਨੂੰ ਪਤਾ ਹੀ ਆ ਬੇਟਾ ਟੈਸਟ ਨੂੰ ਆਪਾਂ ਕਿਵੇਂ ਯੂਜ਼ ਕਰਦੇ ਹਾਂ। ਟੈਸਟ ਤੁਹਾਡੀ ਤਿਆਰੀ ਕਿੰਨੀ ਕੁ ਆ, ਤੁਸੀਂ ਉਸ ਬਾਰੇ ਜਾਣਕਾਰੀ ਕਿੰਨੀ ਕੁ ਸਬਜੈਕਟ ਬਾਰੇ ਜਾਂ ਕਿਸੇ ਚੀਜ਼ ਬਾਰੇ, ਜਿਵੇਂ ਆਪਾਂ ਫਿਜ਼ੀਕਲ ਐਜੂਕੇਸ਼ਨ ਦਾ ਹੀ ਚੈੱਕ ਕਰ ਲਓ, ਕਰਨਾ ਹੋਵੇ ਵੀ ਇਸ ਚੈਪਟਰ ਬਾਰੇ ਕਿੰਨੀ ਕੁ ਤਿਆਰੀ ਆ, ਫਿਰ ਆਪਾਂ ਉਹਦੇ ਬਾਰੇ ਟੈਸਟ ਲਿਆ ਜਾਂਦਾ ਵਾ। ਠੀਕ ਹੈ ਬੇਟਾ। ਉਸ ਤੋਂ ਬਾਅਦ ਟੈਸਟ ਦੇ ਵਿੱਚ ਟੈਸਟ ਪ੍ਰੋਟੋਕੋਲ, ਇਹ ਟੈਸਟ ਕਰਵਾਉਣ ਲਈ ਕਰੈਕਟ ਹੁੰਦਾ ਹੈ ਇਹ ਕਰੈਕਟ ਪ੍ਰੋਸੀਜਰ ਹੈ। ਜੇ ਕੋਈ ਟੈਸਟ ਇਨਕਰੈਕਟ ਹੁੰਦਾ ਹੈ ਤਾਂ ਇਹ ਰਿਜ਼ਲਟ 'ਤੇ ਇਫੈਕਟ ਕਰ ਸਕਦਾ ਹੈ। ਉਸ ਤੋਂ ਬਾਅਦ ਵੈਲਿਡ, ਇਹ ਟੈਸਟ ਵੈਲਿਡ ਹੁੰਦਾ ਹੈ ਜੇ ਇਹ ਮੇਜਰ ਕਰਨ ਲਈ ਸੈੱਟ ਕਰਦਾ ਹੈ। ਫੋਰ ਐਗਜ਼ਾਮਪਲ, ਅਪਰ ਬੋਡੀ ਸਟਰੈਂਥ ਲਈ ਇੱਕ ਟੈਸਟ ਲੈਗ ਸਟਰੈਂਥ ਨੂੰ ਮੇਜਰ ਨਹੀਂ ਕਰਨਾ ਚਾਹੀਦਾ, ਮਤਲਬ ਕਿ ਅਪਰ ਬੋਡੀ ਨੂੰ ਜਿਹੜੀ ਸਟਰੈਂਥ ਜਿਹੜਾ ਟੈਸਟ ਚੈੱਕ ਕਰਦਾ ਪਿਆ ਵਾ ਉਹ ਲੋਅਰ ਬੋਡੀ ਨੂੰ ਚੈੱਕ ਨਹੀਂ ਕਰ ਸਕਦਾ ਗਾ। ਨੈਕਸਟ ਬੇਟਾ ਆ ਗਿਆ ਜੀ ਮੇਜਰਮੈਂਟ। ਮੇਜਰਮੈਂਟ ਇੱਕ ਕੁਆਂਟੇਟਿਵ ਡਾਟਾ ਪ੍ਰਾਪਤ ਕਰਨ ਲਈ ਇੱਕ ਟੈਸਟ ਦੇ ਪ੍ਰਬੰਧਨ ਦੇ ਪ੍ਰੋਸੈਸ ਨੂੰ ਦਰਸਾਉਂਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮੇਜਰਮੈਂਟ ਐਵੋਲਿਊਸ਼ਨ ਪ੍ਰੋਸੈਸ ਦੀ ਹੈਲਪ ਕਰਦਾ ਹੈ, ਜਿਸ ਵਿੱਚ ਵੇਰੀਅਸ ਟੂਲ ਐਂਡ ਟੈਕਨੀਕਸ ਡਾਟਾ ਕਲੈਕਸ਼ਨ ਕਰਨ ਲਈ ਵਰਤੇ ਜਾਂਦੇ ਹਨ। ਮੇਜਰਮੈਂਟ ਇੱਕ ਪ੍ਰੋਸੈਸ ਹੈ ਜਿਸ ਦੁਆਰਾ ਪਰਫਾਰਮੈਂਸ, ਫਿਟਨੈਸ, ਐਬਿਲਿਟੀ, ਨੌਲੇਜ, ਪਰਸਨੈਲਿਟੀ ਐਂਡ ਸਕਿੱਲਸ ਦੇ ਲੈਵਲ ਨੂੰ ਵੇਰੀਅਸ ਸਟੈਂਡਰਡ ਟੈਸਟ ਦੀ ਹੈਲਪ ਨਾਲ ਮੇਜਰ ਕੀਤਾ ਜਾਂਦਾ ਹੈ। ਅਕੋਰਡਿੰਗ ਟੂ R.N. ਪਟੇਲ, ਮੇਜਰਮੈਂਟ ਇੱਕ ਅਜਿਹਾ ਐਕਟ ਔਰ ਪ੍ਰੋਸੈਸ ਹੈ ਜਿਸ ਵਿੱਚ ਮੈਥਮੈਟੀਕਲ ਵੈਲਿਊਜ਼ ਦੀ ਅਸਾਈਨਮੈਂਟ ਕੀਤੀ ਜਾਂਦੀ ਹੈ, ਜਿਸ ਨੂੰ ਟੈਸਟਡ ਕੀਤਾ ਜਾਂਦਾ ਹੈ। ਇਸ ਲਈ ਇਸ ਵਿੱਚ ਕਿਸੇ ਚੀਜ਼ ਦੀ ਕੁਆਂਟਿਟੀ ਇਨਵੋਲਵ ਹੁੰਦੀ ਹੈ। ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਵਿੱਚ ਟੈਸਟ ਐਂਡ ਮੇਜਰਮੈਂਟ ਦਾ ਯੂਜ਼ ਹੇਠ ਦਿੱਤੇ ਰੀਜ਼ਨਾਂ ਕਰਕੇ ਇੰਪੋਰਟੈਂਟ ਹੈ। ਇਹਦੇ ਵਿੱਚ ਬੇਟਾ ਪਹਿਲਾ ਆ ਗਿਆ ਜੀ ਸਿਲੈਕਸ਼ਨ ਆਫ ਐਥਲੀਟਸ, ਸੈਕਿੰਡ ਕਲਾਸੀਫਿਕੇਸ਼ਨ ਆਫ ਇੰਡੀਵਿਜੂਅਲ ਗੇਮਸ, ਥਰਡ ਟੂ ਸਟੱਡੀ ਦਾ ਡਿਵੈਲਪਮੈਂਟ ਆਫ ਐਥਲੀਟ, fourth the person centered training program, number 5 motivate athletes, number 6 potential performance, number 7
the criteria and standard to be created. Number 8, measuring current capacity. Number 9, to do research. Number 10, last, to achieve objective and goals of the activity. ਉਸ ਤੋਂ ਬੇਟਾ ਬਾਅਦ 6.1 ਐਕਸਰਸਾਈਜ਼ ਆ ਗਈ ਜੀ, ਮੋਟਰ ਫਿਟਨੈਸ ਟੈਸਟ, ਜਿਹਦੇ ਵਿੱਚ ਇੱਕ 50 ਮੀਟਰ ਸਟੈਂਡਿੰਗ ਸਟਾਰਟ ਆਊਗਾ, 600 ਮੀਟਰ ਰਨ ਔਰ ਵਾਕ ਆਊਗਾ, ਸਿਟ ਐਂਡ ਰੀਚ ਟੈਸਟ, ਪਾਰਸ਼ੀਅਲ ਕਰਲ ਅਪ, ਪੁਸ਼ਅਪਸ ਫॉर ਬॉयज़, ਮੋਡੀਫਾਈਡ ਪੁਸ਼ਅਪਸ ਫॉर गर्ल्स ਆਊਗਾ, ਸਟੈਂਡਿੰਗ ਬੋਰਡ ਜੰਪ, ਐਜਿਲਿਟੀ, 4x10 ਮੀਟਰ ਸ਼ਟਲ ਰਨ। ਇਹ ਸਾਰਾ ਕੁਛ ਇਹਦੇ ਵਿੱਚ ਟੈਸਟ ਆਉਣਗੇ, ਮੋਟਰ ਫਿਟਨੈਸ ਟੈਸਟ ਦੇ ਵਿੱਚ ਆਉਂਦੇ ਆ। ਸਭ ਤੋਂ ਪਹਿਲਾਂ ਮੋਟਰ ਫਿਟਨੈਸ ਬਾਰੇ। ਮੋਟਰ ਫਿਟਨੈਸ ਦੀ ਟੈਸਟਿੰਗ ਵਿੱਚ ਮੋਟਰ ਫਿਟਨੈਸ ਦੇ ਸਾਰੇ ਕੰਪੋਨੈਂਟ ਐਜਿਲਿਟੀ, ਕੋਆਰਡੀਨੇਸ਼ਨ, ਬੈਲੈਂਸ, ਸਪੀਡ, ਰਿਐਕਸ਼ਨ ਟਾਈਮ ਨੂੰ ਮੇਜਰ ਕਰਨਾ ਸ਼ਾਮਿਲ ਹੁੰਦਾ ਹੈ। ਮੋਟਰ ਫਿਟਨੈਸ ਟੈਸਟ ਸਟੂਡੈਂਟ ਨੂੰ ਫਿਟਨੈਸ ਲੈਵਲ, ਕਿਸੇ ਟ੍ਰੇਨਿੰਗ ਪ੍ਰੋਗਰਾਮ ਦੀ ਇਫੈਕਟਿਵਨੈਸ ਐਂਡ ਪ੍ਰੈਜ਼ੈਂਟ ਸਟੇਟਸ ਦੇ ਸੰਬੰਧ ਵਿੱਚ ਹੁੰਦਾ ਹੈ। ਸਕੋਰ ਪ੍ਰੋਵਾਈਡਸ ਕਰਦਾ ਹੈ, ਜਿਸ ਨਾਲ ਉਹ ਉਸ ਨੂੰ ਬੈਟਰ ਕਰਨ ਲਈ ਮੋਟੀਵੇਟ ਕਰਦਾ ਹੈ। ਜੀ ਬੇਟਾ, ਉਸ ਤੋਂ ਬਾਅਦ ਹੁਣ ਆਪਣੇ ਕੋਲੇ ਟੈਸਟ ਆ ਜਾਣੇ ਨੇ। ਸਭ ਤੋਂ ਪਹਿਲਾਂ ਜਿਹੜਾ ਟੈਸਟ ਹੈਗਾ ਵਾ ਉਹਨੂੰ ਕਹਿੰਦੇ ਆ ਜੀ 50 ਮੀਟਰ ਸਟੈਂਡਿੰਗ ਸਟਾਰਟ। ਜਿੰਨੇ ਵੀ ਤੁਸੀਂ ਟੈਸਟ ਲਿਖੋਗੇ ਉਹਦੇ ਵਿੱਚ 4-5 ਚੀਜ਼ਾਂ ਹੁੰਦੀਆਂ ਜਿਹੜੀਆਂ ਜ਼ਰੂਰੀ ਲਿਖਣੀਆਂ ਹੁੰਦੀਆਂ ਨੇ। ਪਹਿਲਾ, ਇਹਦਾ ਪਰਪਸ ਕੀ ਆ। ਸੈਕਿੰਡ, ਇਹਦਾ ਆਬਜੈਕਟਿਵ ਕੀ ਆ। ਥਰਡ, ਇਹਦੇ ਵਿੱਚ ਇਕਵਿਪਮੈਂਟ ਕਿਹੜੇ ਯੂਜ਼ ਹੋਏ। ਨੰਬਰ 4, ਇਹਦਾ ਪ੍ਰੋਸੀਜਰ ਕੀ ਆ। ਨੰਬਰ 5, ਸਕੋਰਿੰਗ ਕਿਵੇਂ ਹੁੰਦੀ ਆ। ਅਤੇ ਨੰਬਰ 6, ਰੂਲਸ ਕਿਹੜੇ ਕਿਹੜੇ ਹੈਗੇ ਨੇ ਇਹਦੇ ਵਿੱਚ। ਜਿਵੇਂ ਹੁਣ ਆਪਾਂ ਫਸਟ ਕਰਦੇ ਹਾਂ ਜੀ 50 ਮੀਟਰ ਸਟੈਂਡਿੰਗ ਸਟਾਰਟ। ਇਹਦਾ ਪਰਪਸ ਹੈਗਾ ਜੀ ਟੂ ਮੇਜਰ ਸਪੀਡ ਐਂਡ ਐਕਸੀਲਰੇਸ਼ਨ, ਮਤਲਬ ਕਿ ਸਪੀਡ ਅਤੇ ਆਪਣੀ ਐਕਸੀਲਰੇਸ਼ਨ ਚੈੱਕ ਕਰਨ ਵਾਸਤੇ ਇਹਦਾ ਇਹ ਪਰਪਸ ਹੈਗਾ ਵਾ। ਸੈਕਿੰਡ, ਆਬਜੈਕਟਿਵ ਕੀ ਆ। ਟੂ ਕਵਰ ਦਾ ਸੈਟ ਡਿਸਟੈਂਸ ਐਜ਼ ਫਾਸਟ ਐਜ਼ ਪੋਸੀਬਲ, ਮਤਲਬ ਕਿ ਜਿੰਨਾ ਵੀ ਆਪਾਂ ਡਿਸਟੈਂਸ ਕਵਰ ਕਰਨਾ ਵਾ ਉਹਨੂੰ ਆਪਾਂ ਫੁੱਲ ਸਪੀਡ ਨਾਲ ਕਰਨਾ, ਪੂਰੀ ਫਾਸਟ ਕਰਨਾ ਵਾ। ਇਕਵਿਪਮੈਂਟ ਇਹਦੇ ਵਿੱਚ ਯੂਜ਼ ਹੁੰਦੇ ਆ ਬੇਟਾ ਸਟਾਪ ਵਾਚ, ਕੋਨ ਮਾਰਕਰ, ਉਸ ਤੋਂ ਬਾਅਦ ਫਲੈਟ ਸਰਫੇਸ ਆਫ ਐਟ ਲੀਸਟ 70 ਮੀਟਰ। ਇਹ 50 ਮੀਟਰ ਹੁੰਦਾ ਵਾ, ਪਰ ਜਿਹੜਾ ਟਰੈਕ ਬਣੂਗਾ ਉਹ 70 ਮੀਟਰ ਦਾ ਬਣੂਗਾ। ਡਿਸਟੈਂਸ ਆਫ 50 ਮੀਟਰ ਬਿਟਵੀਨ 2 ਸਟੇਟ ਲਾਈਨਸ, ਮਤਲਬ ਕਿ 50 ਮੀਟਰ ਦੇ ਵਿੱਚ 2 ਸਟੇਟ ਲਾਈਨ ਹੋਣਗੀਆਂ ਜਿਹਦੇ ਵਿੱਚ ਇੱਕ ਨਾ ਭੱਜੂਗਾ। ਸਟਾਰਟਿੰਗ ਲਾਈਨ ਐਂਡ ਫਿਨਿਸ਼ਿੰਗ ਲਾਈਨ ਐਂਡ ਟੇਪ ਮੇਜਰ, ਜਿੱਥੇ ਸਟਾਰਟਿੰਗ ਆ ਉੱਥੇ ਵੀ ਇੱਕ ਲਾਈਨ ਲੱਗੀ ਹੋਊਗੀ, ਜਿੱਥੇ ਖੜਨਾ ਵਾ ਐਥਲੀਟਸ ਨੇ, ਜਿਵੇਂ ਡਾਇਗਰਾਮ ਬਣੀ ਹੋਈ ਆ ਉਹਦੇ ਵਿੱਚ ਲਾਈਨ ਲੱਗੀ ਹੋਈ ਪਿੱਛੇ, ਅਤੇ ਜਿੱਥੇ ਫਿਨਿਸ਼ ਹੋਣਾ ਵਾ ਉੱਥੇ ਵੀ ਇੱਕ ਲਾਈਨ ਲੱਗੀ ਹੋਵੇਗੀ। ਉਸ ਤੋਂ ਬਾਅਦ ਬੇਟਾ ਇਹਦੇ ਵਿੱਚ ਆ ਗਿਆ ਜੀ ਪ੍ਰੋਸੀਜਰ। ਪ੍ਰੋਸੀਜਰ ਨੂੰ ਕੰਪਲੀਟ ਕਰਨ ਲਈ ਐਟ ਲੀਸਟ ਇੱਕ ਅਫੀਸ਼ੀਅਲ ਦੀ ਲੋੜ ਪੈਂਦੀ ਹੈ, ਘੱਟੋ ਘੱਟ ਇੱਕ ਚਾਹੀਦਾ ਵਾ, ਪਰ ਕਮ ਸੇ ਕਮ ਜ਼ਿਆਦਾ ਤੋਂ ਜ਼ਿਆਦਾ 3 ਵੀ ਹੋ ਸਕਦੇ ਆ। ਇੱਕ ਜੋ ਕਮਾਂਡ ਦੇਣ ਲਈ ਲਾਈਨ ਦੇ ਪਿੱਛੇ ਖੜ੍ਹਾ ਹੁੰਦਾ ਹੈ, ਜਿਹੜਾ ਇੱਕ ਅਫੀਸ਼ੀਅਲ ਆ ਉਹ ਕਮਾਂਡ ਦਿੰਦਾ, ਉਹ ਲਾਈਨ ਦੇ ਪਿੱਛੇ, ਜਿੱਥੇ ਲਾਈਨ ਦੇ ਵਿੱਚ ਪਲੇਅਰ ਐਥਲੀਟ ਖੜ੍ਹੇ ਹੁੰਦੇ ਉਹਦੇ ਪਿੱਛੇ ਖੜ੍ਹਾ ਹੁੰਦਾ, ਉਹਨੇ ਕਮਾਂਡ ਦੇਣੀ ਹੁੰਦੀ ਆ ਔਨ ਯੂਰ ਮਾਰਕਸ, ਮਤਲਬ ਆਪਦੀ ਜਗ੍ਹਾ 'ਤੇ ਆ ਕੇ ਮਾਰਕਸ ਲਾਓ। ਸੈਕਿੰਡ, ਗੋ, 2 ਕਮਾਂਡ ਦਿੰਦੇ ਆ ਵੀ ਭੱਜੋ। ਉਸ ਤੋਂ ਬਾਅਦ ਇੱਕ ਦੂਸਰੀ ਸਾਈਡ 'ਤੇ ਇੱਕ ਅਫੀਸ਼ੀਅਲ ਖੜ੍ਹਾ ਹੁੰਦਾ ਵਾ ਜਿਹੜਾ ਫਿਨਿਸ਼ਿੰਗ ਲਾਈਨ 'ਤੇ ਆ, ਉਹਦੇ ਕੋਲੇ ਉਹਨੇ ਚੈੱਕ ਕਰਨਾ ਹੁੰਦਾ ਵਾ ਵੀ ਜਿਹੜਾ ਫਿਨਿਸ਼ਿੰਗ ਲਾਈਨ 'ਤੇ ਜਿਹੜਾ ਬੰਦਾ ਪਹੁੰਚਦਾ ਪਿਆ ਉਹਦੀ ਟਾਈਮਿੰਗ ਚੈੱਕ ਕਰਨੀ ਹੈ, ਪਲੱਸ ਦੇਖਣਾ ਹੁੰਦਾ ਫਸਟ ਕੌਣ, ਸੈਕਿੰਡ, ਥਰਡ ਕੌਣ ਆਇਆ ਵਾ। ਇਹਦੇ ਵਿੱਚ ਪਤਾ ਕਿਵੇਂ ਲੱਗਦਾ, ਸਭ ਤੋਂ ਪਹਿਲਾਂ ਜਿਹੜਾ ਚੈਸਟ, ਜਿਹੜਾ ਰੀਬਨ ਹੁੰਦਾ ਵਾ ਉਹਦੇ ਨਾਲ ਜਿਹਦੀ ਚੈਸਟ ਟੱਚ ਹੁੰਦੀ ਆ ਉਹ ਚੈੱਕ ਕਰਨਾ ਹੁੰਦਾ। ਇਹਦੇ ਵਿੱਚ ਬੇਟਾ ਦੂਸਰਾ ਪੁਆਇੰਟ ਹੈਗਾ ਜੀ ਸਟੂਡੈਂਟ ਮਾਰਕਡ ਲਾਈਨ 'ਤੇ ਸਟੈਂਡਿੰਗ ਪੋਜੀਸ਼ਨ ਵਿੱਚ ਖੜ੍ਹੇ ਹੁੰਦੇ ਹਨ, ਜਿਹੜੀ ਲਾਈਨ ਆ ਉੱਥੇ ਸਟੈਂਡਿੰਗ ਪੋਜੀਸ਼ਨ ਦੇ ਵਿੱਚ ਖੜ੍ਹੇ ਹੋਣਾ। ਥਰਡ, ਹੀ ਐਂਡ ਸ਼ੀ 50 ਮੀਟਰ ਡਿਸਟੈਂਸ 'ਤੇ ਸਿੰਗਲ ਸਪ੍ਰਿੰਟ ਭੱਜਦਾ ਹੈ ਅਤੇ ਟਾਈਮ ਰਿਕਾਰਡ ਹੁੰਦਾ ਹੈ। ਲਾਸਟ ਨੰਬਰ 4th ਹੈਗਾ ਜੀ ਪਾਰਟੀਸਪੈਂਟ ਨੂੰ ਇਨਕਰੇਜ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਪੂਰੀ ਪੇਸ 'ਤੇ ਆਪਣੀ ਸਪ੍ਰਿੰਟ ਨੂੰ ਪੂਰਾ ਕਰੇ। ਅੱਗੇ ਆ ਗਿਆ ਜੀ ਸਕੋਰਿੰਗ। ਸਕੋਰਿੰਗ ਬੇਟਾ ਹੁੰਦੀ ਹੈ ਜਦੋਂ ਆਪਾਂ ਕਮਾਂਡ ਦਿੱਤੀ ਜਾਂਦੀ ਹੈ ਗੋ, ਉਦੋਂ ਟਾਈਮਿੰਗ ਸਟਾਰਟ ਹੁੰਦੀ ਆ, ਅਤੇ ਜਿੱਥੇ ਜਾ ਕੇ ਫਿਨਿਸ਼ਿੰਗ ਲਾਈਨ 'ਤੇ ਸਟੂਡੈਂਟ ਕ੍ਰੋਸ ਕਰਦਾ ਜਦੋਂ ਫਿਨਿਸ਼ਿੰਗ ਲਾਈਨ ਨੂੰ, ਉਸ ਟਾਈਮ 'ਤੇ ਫਿਨਿਸ਼ ਕੀਤਾ ਜਾਂਦਾ ਵਾ,
ਉਹ ਟਾਈਮ ਨੋਟ ਕੀਤਾ ਜਾਂਦਾ ਵਾ। ਉਹਦੇ ਵਿੱਚ ਕਿੰਨੇ ਸੈਕਿੰਡ ਦਾ ਟਾਈਮ ਲੱਗਿਆ ਉਹ ਨੋਟ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਆ ਗਏ ਜੀ ਰੂਲਸ। ਪਹਿਲਾ ਹੈਗਾ ਜੀ ਪਾਰਟੀਸਪੈਂਟ ਨੂੰ ਟ੍ਰਾਇਲ ਤੋਂ ਪਹਿਲਾਂ ਵਾਰਮ ਅਪ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ ਅਤੇ ਪ੍ਰੈਕਟਿਸ ਰਨਸ ਪਰਫੋਰਮ ਕਰਨਾ ਚਾਹੀਦਾ ਹੈ। ਮਤਲਬ ਕਿ ਪਹਿਲਾਂ ਵਾਰਮ ਅਪ ਕਰਨ ਦਾ ਅਲਾਓ ਕਰਦੇ ਆ। ਸੈਕਿੰਡ, ਅਲਾਓ 2 ਟ੍ਰਾਇਲਸ, ਇਹਦੇ 2 ਟ੍ਰਾਇਲਸ ਹੋ ਸਕਦੇ ਆ। ਨੰਬਰ 3, ਫਸਟ ਮੂਵਮੈਂਟ ਤੋਂ ਉਦੋਂ ਤੱਕ ਟਾਈਮ ਮੇਜਰ ਹੁੰਦਾ ਹੈ ਜਦੋਂ ਚੈਸਟ ਫਿਨਿਸ਼ਿੰਗ ਲਾਈਨ ਕ੍ਰੋਸ ਕਰਦੀ ਹੈ। ਇਹ ਹੋ ਗਿਆ ਜੀ ਤੁਹਾਡਾ ਪਹਿਲਾ 50 ਮੀਟਰ ਸਟੈਂਡਿੰਗ ਸਟਾਰਟ। ਸੈਕਿੰਡ ਹੁਣ ਬੇਟਾ ਆ ਗਿਆ ਇਹਦੇ ਵਿੱਚ 600 ਮੀਟਰ ਰਨ ਔਰ ਵਾਕ। ਇਹਦਾ ਪਰਪਸ ਕੀ ਹੁੰਦਾ ਵਾ? ਜਿਵੇਂ ਪਹਿਲੀ ਸੀਗੀ 50 ਮੀਟਰ, ਉਹ ਸ਼ਾਰਟ ਰਨ ਸੀਗਾ, ਉਹਦੇ ਵਿੱਚ ਫੁੱਲ ਸਪੀਡ 'ਤੇ ਭੱਜਣਾ ਸੀ। ਹੁਣ ਇਹ ਥੋੜ੍ਹਾ ਜਿਹਾ ਲੰਬਾ ਹੋ ਗਿਆ। ਇਹਦੇ ਵਿੱਚ ਹੁੰਦਾ ਜੀ ਟੂ ਮੇਜਰ ਐਂਡਿਓਰੈਂਸ ਐਂਡ ਐਰੋਬਿਕ ਫਿਟਨੈਸ। ਐਂਡਿਓਰੈਂਸ ਹੁੰਦਾ ਬਿਨਾਂ ਥੱਕੇ ਲੰਬੇ ਸਮੇਂ ਤੱਕ ਭੱਜਣਾ, ਉਹ ਚੀਜ਼ ਚੈੱਕ ਕਰਨੀ ਹੁੰਦੀ ਆ। ਸਟੈਮਿਨਾ ਕਿੰਨਾ ਕੁ ਆ। ਸੈਕਿੰਡ ਆਬਜੈਕਟਿਵ ਟੂ ਕਵਰ ਦ ਸੈਟ ਡਿਸਟੈਂਸ ਐਜ਼ ਫਾਸਟ ਐਜ਼ ਪੋਸੀਬਲ। ਇਕਵਿਪਮੈਂਟ ਸਟਾਪ ਵਾਚ, ਟਰੈਕ ਔਰ ਏਰੀਆ ਮਾਰਕ ਸਿਸਟਮ 600 ਮੀਟਰ। ਉਸ ਤੋਂ ਬਾਅਦ ਆ ਗਿਆ ਜੀ ਪ੍ਰੋਸੀਜਰ। ਸੇਮ ਹੀ ਆ ਜੀ, ਸਾਰੇ ਲਾਈਨ 'ਚ ਖੜ੍ਹੇ ਹੁੰਦੇ ਆ, ਔਨ ਯੋਰ ਮਾਰਕਸ ਅਤੇ ਗੋ ਦੀ ਕਮਾਂਡ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਸਕੋਰਿੰਗ ਕਿਵੇਂ ਹੁੰਦੀ ਹੈ? ਬਿਲਕੁਲ ਸਟਾਰਟਿੰਗ ਲਾਈਨ ਤੋਂ ਚੈੱਕ ਕਰਨਾ ਉਹਨਾਂ ਨੇ, ਟਾਈਮ ਸਟਾਰਟ ਹੁੰਦਾ ਵਾ, ਫਿਨਿਸ਼ਿੰਗ ਲਾਈਨ 'ਤੇ ਜਾ ਕੇ ਜਿੱਥੇ ਉੱਥੋਂ ਤੱਕ ਟਾਈਮ ਮੇਜਰ ਕਰਦੇ ਆ ਕਿੰਨਾ ਟਾਈਮ ਉਸ ਚੀਜ਼ 'ਚ ਲੱਗਿਆ। ਅਤੇ ਰੂਲਸ ਇਹ ਹੁੰਦੇ ਆ ਜੀ, ਰੂਲ ਇਹ ਆ ਵੀ ਜਿੰਨਾ ਛੇਤੀ ਹੋ ਸਕੇ ਉਨੀ ਜਲਦੀ ਇਹ ਪੂਰਾ ਕੀਤਾ ਜਾਣਾ ਚਾਹੀਦਾ। ਸ਼ਾਰਟੈਸਟ ਪੋਸੀਬਲ ਟਾਈਮ ਦੇ ਵਿੱਚ ਡਿਸਟੈਂਸ ਨੂੰ ਕਵਰ ਕਰਨਾ ਚਾਹੀਦਾ।